ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕੇਸਰੀ ਨਿਸ਼ਾਨ ਨਾਲ ਜੁੜੇ ਹੋਏ ਸਾਰੇ ਦਰਸ਼ਕਾਂ ਦਾ ਨਿੱਘਾ ਸਵਾਗਤ ਹੈ। ਅਕਾਲ ਪੁਰਖ ਆਪ ਸਭ ਨੂੰ ਚੜ੍ਹਦੀ ਕਲਾ ਵਿੱਚ ਰੱਖੇ। ਇਸੇ ਅਰਦਾਸ ਨਾਲ ਅੱਜ ਚਰਚਾ ਕਰਾਂਗੇ 2022 ਦੀਆਂ ਪੰਜਾਬ ਅਸੈਂਬਲੀ ਚੋਣਾਂ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਅਕਸ ਬਾਰੇ। ਪੰਜਾਬ ਵਿੱਚ ਅਕਾਲੀ ਦਲ ਬਾਦਲ ਦੀ ਸਥਿਤੀ ਨੂੰ ਲੈ ਕੇ ਮੌਜੂਦਾ ਅਹਿਮ ਸਵਾਲ ਇਹੀ ਹੈ ਕਿ ਅਕਾਲੀ ਦਲ ਬਾਦਲ ਆਪਣੀ ਗੁਆਚੀ ਹੋਈ ਸਾਖ ਬਹਾਲ ਕਰ ਲਵੇਗਾ, ਦੁਬਾਰਾ ਲੋਕਾਂ ਦਾ ਭਰੋਸਾ ਜਿੱਤ ਲਵੇਗਾ। ਭਾਰਤੀ ਜਨਤਾ ਪਾਰਟੀ ਨਾਲ ਤੋੜ ਵਿਛੋੜਾ ਅਤੇ ਬਹੁਜਨ ਸਮਾਜ ਪਾਰਟੀ ਦੀ ਗਲਵਕੜੀ ਕੀ ਕੋਈ ਕਰਿਸ਼ਮਾ ਕਰ ਸਕੇਗੀ? ਬੜੀ ਬੇਪਤੀ ਨਾਲ 2017 ਦੀਆਂ ਚੋਣਾਂ ਹਾਰਨ ਦੇ ਬਾਅਦ ਐਤਕੀ ਵੀ ਬਾਦਲ ਅਕਾਲੀ ਦਲ ਨਾਓ ਔਰ ਨੈਵਰ ਦੇ ਚੱਕਰਵਿਊਹ ਵਿੱਚ ਫਸ ਗਿਆ ਹੈ। ਪੁਰਾਣੇ ਟਕਸਾਲੀ ਲੋਕ ਸਾਥ ਛੱਡ ਗਏ ਹਨ। ਭਾਜਪਾ ਨਾਲ ਵੀ ਤੋੜ ਵਿਛੋੜਾ ਹੋ ਚੁੱਕਿਆ ਹੈ। ਆਪਣੀਆਂ ਹੀ ਕਰਤੂਤਾਂ ਦੇ ਬੋਝ ਅਤੇ ਕਿਸਾਨ ਅੰਦੋਲਨ ਪ੍ਰਤੀ ਬਦਲਦੇ ਮੌਕਾ ਪ੍ਰਸਤ ਸਟੈਂਡ ਕਰਕੇ ਅੱਜ ਅਕਾਲੀ ਦਲ ਬਾਦਲ ਹੋਰ ਵੀ ਜ਼ਿਆਦਾ ਖਿੰਡਿਆ, ਲੋਕਾਂ ਨਾਲੋਂ ਟੁੱਟਿਆ, ਵਿਚਾਰਧਾਰਾ ਤੋਂ ਸਖਣਾ ਨਜ਼ਰ ਆ ਰਿਹਾ ਹੈ। ਆਪਣੀ ਹੋਂਦ ਲਈ ਜੂਝਦਾ ਦਿਸ ਰਿਹਾ ਹੈ। ਬਾਸਪਾ ਨਾਲ ਮੇਲ ਜੋਲ ਵੀ ਕੋਈ ਰੰਗ ਲਿਆਏਗਾ, ਇਸ ਦੇ ਆਸਾਰ ਨਹੀਂ ਦਿਸ ਰਹੇ। ਉਂਝ ਵੀ ਬਾਸਪਾ ਨਾਲ ਸਾਂਝ ਬਾਦਲ ਦਲ ਦੀ ਮਜਬੂਰੀ ਹੈ। ਬੀਜੇਪੀ ਨੇ ਅਕਾਲੀ ਦਲ ਬਾਦਲ ਨੂੰ ਉਸ ਮਝਧਾਰ ਵਿੱਚ ਲਿਆ ਕੇ ਛੱਡਿਆ ਹੈ ਜਿੱਥੋਂ ਪਾਰ ਉਤਾਰੇ ਦਾ ਕੋਈ ਉਪਰਾਲਾ ਕਾਰਗਰ ਨਹੀਂ ਹੋਵੇਗਾ। ਅਕਾਲੀ ਦਲ ਭਾਵੇਂ ਕੁਝ ਵੀ ਕਹੇ, ਕਾਰਨ ਵੀ ਭਾਵੇਂ ਕੋਈ ਵੀ ਰਿਹਾ ਹੋਵੇ, ਪੰਜਾਬ ਵਿਰੋਧੀ ਲੋਕਾਂ ਦੀਆਂ ਸਲਾਹਾਂ ਹੋਣ ਜਾਂ ਕੁਰਸੀ ਦੀ ਕਸ਼ਿਸ਼, ਬਾਦਲ ਅਕਾਲੀ ਦਲ ਨੇ ਸੱਤਾ ਵਿੱਚ ਰਹਿ ਕੇ ਪੰਜਾਬ ਨੂੰ ਜੋ ਜ਼ਖਮ ਦਿੱਤੇ, ਖਾਸ ਤੌਰ ਤੇ ਜਿਸ ਤਰ੍ਹਾਂ ਸਿੱਖ ਮਾਨਸਿਕਤਾ ਨੂੰ ਵਲੂੰਧਰਿਆ, ਉਸ ਨੂੰ ਸਿੱਖ ਮਾਫ ਕਰਨ ਦੇ ਰੋਹ ਵਿੱਚ ਨਹੀਂ ਦਿਖਾਈ ਦੇ ਰਹੇ। ਪੰਜਾਬੀ ਜ਼ਹਿਨੀਅਤ ਵਿੱਚ ਇਹ ਸਵਾਲ ਘਰ ਘਰ ਗਏ ਹਨ ਕਿ ਕਿਉਂ ਬਾਦਲ ਅਕਾਲੀ ਦਲ ਦੇ ਰਾਜਕਾਲ ਦੌਰਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀਆਂ ਹੋਈਆਂ, ਬੇਅਦਬੀ ਦੇ ਦੋਸ਼ੀਆਂ ਨੂੰ ਸਜ਼ਾਵਾਂ ਦੀ ਥਾਂ ਬੇਅਦਬੀ ਦਾ ਵਿਰੋਧ ਕਰਨ ਵਾਲਿਆਂ ਤੇ ਪੁਲਿਸ ਨੇ ਗੋਲੀਆਂ ਚਲਾਈਆਂ। ਇਸ ਗੋਲੀकांड ਦੇ ਜ਼ਿੰਮੇਵਾਰ ਲੋਕਾਂ ਨੂੰ ਬਚਾਉਣ ਦੀਆਂ ਚਾਲਾਂ ਚੱਲੀਆਂ ਗਈਆਂ। ਕਿਉਂ ਬਾਦਲ ਸਰਕਾਰ ਡੇਰਾਵਾਦ ਅਤੇ ਗੁਰੂਡਮ ਦੇ ਪੱਖ ਵਿੱਚ ਭੁਗਤੀ, ਉਹਨਾਂ ਲਈ ਪੰਥਕ ਸੰਸਥਾਵਾਂ ਨੂੰ ਵਰਤਿਆ ਗਿਆ? ਇਹੀ ਨਹੀਂ, ਕੀ ਕਾਰਨ ਹੈ ਕਿ ਪ੍ਰਕਾਸ਼ ਸਿੰਘ ਬਾਦਲ ਸ਼ੁਰੂ ਤੋਂ ਹੀ ਪੰਥ ਵਿਰੋਧੀ ਤਾਕਤਾਂ ਦੇ ਹੱਥ ਚੜੇ ਰਹੇ? 1978 ਵਿੱਚ ਨਿਰੰਕਾਰੀ ਬਾਬਾ ਅੰਮ੍ਰਿਤਸਰ ਵਿੱਚ ਸ਼ਰੇਆਮ ਨਿਹੱਥੇ ਸਿੰਘਾਂ ਨੂੰ ਮਾਰ ਕੇ ਇਸੇ ਬਾਦਲ ਸਰਕਾਰ ਦੀ ਮਦਦ ਨਾਲ ਬਗੈਰ ਕਾਨੂੰਨੀ ਪੜਤਾਲ ਦੇ ਸੁਰੱਖਿਅਤ ਪੰਜਾਬ ਤੋਂ ਨਿਕਲ ਜਾਂਦਾ ਹੈ। 1986 ਨਕੋਦਰ ਗੋਲੀकांड ਦੇ ਦੋਸ਼ੀ ਅਫਸਰ ਦਰਬਾਰਾ ਸਿੰਘ ਗੁਰੂ ਅਤੇ ਇਜ਼ਹਾਰ ਆਲਮ ਬਾਦਲ ਅਕਾਲੀ ਦਲ ਦੇ ਸੀਨੀਅਰ ਲੀਡਰ ਬਣਦੇ ਹਨ। ਖਾੜਕੂਵਾਦ ਨੂੰ ਕੁਚਲਣ ਦੇ ਨਾਂ ਤੇ ਕਾਂਗਰਸ ਵੱਲੋਂ ਪੰਜਾਬ ਵਿੱਚ ਹੋਏ ਝੂਠੇ ਪੁਲਿਸ ਮੁਕਾਬਲਿਆਂ ਨੂੰ ਉਜਾਗਰ ਕਰਨ ਦੀ ਬਜਾਏ ਬਾਦਲ ਸਾਹਿਬ ਦੋਸ਼ੀਆਂ ਨੂੰ ਅਹੁਦਿਆਂ ਨਾਲ ਨਿਵਾਜਦੇ ਹਨ। ਬਾਦਲ ਦਲ ਨੇ ਸੂਬਿਆਂ ਦੇ ਵੱਧ ਅਧਿਕਾਰ ਦੀ ਮੰਗ ਨੂੰ ਕਿਉਂ ਤਿਆਗਿਆ? ਇਹਨਾਂ ਸਵਾਲਾਂ ਦੇ ਜਵਾਬ ਵਿੱਚ ਜੋ ਸੱਚਾਈ ਉਭਰ ਕੇ ਸਾਹਮਣੇ ਆਉਂਦੀ ਹੈ ਉਹ ਇਹ ਕਿ ਆਪਣੇ ਆਪ ਨੂੰ ਲਿਬਰਲ ਅਤੇ ਦੇਸ਼ ਪ੍ਰੇਮੀ ਸਾਬਤ ਕਰਨ ਦੀ ਦੌੜ ਵਿੱਚ ਬਾਦਲ ਅਤੇ ਉਸਦੇ ਅਕਾਲੀ ਦਲ ਨੇ ਪੰਥ ਅਤੇ ਪੰਜਾਬ ਦੋਹਾਂ ਨਾਲ ਦਗਾ ਕਮਾਇਆ। ਅਕਾਲੀ ਭਾਜਪਾ ਗਠਬੰਧਨ ਇਸੇ ਦਗਾ ਦੀ ਕੜੀ ਹੈ ਜੋ ਕੋਲਿਆਂ ਦੀ ਦਲਾਲੀ ਦੀ ਕਾਲਿਖ ਬਣ ਕੇ ਅੱਜ ਖੁਦ ਅਕਾਲੀ ਦਲ ਅਤੇ ਉਸਦੇ ਲੀਡਰਾਂ ਤੇ ਮੂੰਹ ਤੇ ਨਜ਼ਰ ਆ ਰਹੀ ਹੈ। ਅਕਾਲੀ ਦਲ ਦਾ ਭਾਜਪਾ ਨਾਲ ਕੋਈ ਮੇਲ ਨਹੀਂ। ਇਹ ਮੌਕਾ ਪ੍ਰਸਤ ਸਾਂਝ ਸੀ। ਉਸ ਵਕਤ ਜਦ ਪੰਜਾਬ ਵਿੱਚ ਅਕਾਲੀ ਦਲ ਸੀ ਜਾਂ ਕਾਂਗਰਸ, ਜਨਸੰਘ ਜਾਂ ਅੱਜ ਦੀ ਭਾਜਪਾ ਦਾ ਵਜੂਦ ਨਾ ਮਾਤਰ ਸੀ। ਉਹ ਪੰਜਾਬ ਵਿੱਚ ਮੌਕਾ ਤਲਾਸ਼ ਰਹੀ ਸੀ। ਕਾਂਗਰਸ ਦੇ ਖਿਲਾਫ ਬਣੇ ਮਾਹੌਲ ਦਾ ਲਾਭ ਲੈਣ ਲਈ ਭਾਜਪਾ ਨੇ ਬਾਦਲ ਸਾਹਿਬ ਵੱਲ ਚੋਗਾ ਸੁੱਟਿਆ। ਹਿੰਦੂ ਸਿੱਖ ਸਦਭਾਵਨਾ ਦੀ ਗੋਟ ਦੀ ਓਟ ਲੈ ਕੇ ਜਿੱਥੇ ਬਾਦਲ ਸਾਹਿਬ ਨੂੰ ਸ਼ਹਿਰੀ ਗੈਰ ਸਿੱਖ ਵੋਟਾਂ ਨੂੰ ਨਾਲ ਲੈ ਕੇ ਚੱਲਣ ਦੀ ਦਰਿਆਦਿਲੀ ਵਿੱਚੋਂ ਕਾਂਗਰਸ ਨੂੰ ਕਰਾਰੀ ਟੱਕਰ ਦਿਸੀ, ਉੱਥੇ ਹੀ ਭਾਜਪਾ ਦੀ ਮਨਸ਼ਾ ਪੰਜਾਬ ਦੀ ਸਿਆਸਤ ਵਿੱਚ ਆਪਣੀ ਪਕੜ ਮਜ਼ਬੂਤ ਕਰਨ ਦੀ ਸੀ। ਇਹ ਸਾਂਝ ਗੈਰ ਕੁਦਰਤੀ ਸੀ ਕਿਉਂਕਿ ਦੋਵੇਂ ਪਾਰਟੀਆਂ ਵਿੱਚ ਕੋਈ ਸਿਧਾਂਤਕ ਮੇਲ ਨਹੀਂ ਸੀ। ਹਾਲਾਂਕਿ ਦੋਨੋਂ ਹੀ ਪਾਰਟੀਆਂ ਕਮਿਊਨਲ ਹਨ। ਸ਼੍ਰੋਮਣੀ ਅਕਾਲੀ ਦਲ ਸਿੱਖ ਪੰਥ ਦੀ ਰਹਿਨੁਮਾਈ ਕਰਦੀ ਸੀ, ਭਾਜਪਾ ਹਿੰਦੂਤਵ ਦੀ, ਪਰ ਦੋਵਾਂ ਦੇ ਕਮਿਊਨਿਜ਼ਮ ਵਿੱਚ ਫਰਕ ਹੈ, ਸਿਧਾਂਤਕ ਫਰਕ, ਫਿਤਰਤ ਦਾ ਫਰਕ। ਜਿੱਥੇ ਸਿੱਖੀ ਸਿਧਾਂਤ ਸਰਬ ਸਾਂਝੀਵਾਲਤਾ, ਵਿਸ਼ਾਲਤਾ, ਸਰਬੱਤ ਦੇ ਭਲੇ, ਸਭ ਨੂੰ ਹੱਕ, ਸੱਚ, ਨਿਆਂ ਅਤੇ ਪਾਰਦਰਸ਼ਿਤਾ ਨਾਲ ਪਰੋਏ ਹੋਏ ਹਨ, ਉੱਥੇ ਹੀ ਹਿੰਦੂਤਵ ਠੀਕ ਉਲਟ ਮਨੁੱਖੀ ਦਰਜਾ ਵੰਡ, ਵਿਤਕਰੇਬਾਜ਼ੀ, ਸੰਕੀਰਣਤਾ, ਗੁਪਤ ਚਾਲਾਂ ਅਤੇ ਚੁਣਿੰਦਾ ਖਾਸ ਲੋਕਾਂ ਦੇ ਹਿੱਤਾਂ ਦੀ ਮੁੱਦਈ ਹੈ। ਸਿੱਖਾਂ ਦਾ ਜਾਤ, ਧਰਮ ਆਦਿ ਦੇ ਆਧਾਰ ਤੇ ਕਿਸੇ ਨਾਲ ਕੋਈ ਵਿਤਕਰਾ ਵਿਰੋਧ ਨਹੀਂ, ਜਦਕਿ ਹਿੰਦੂਤਵ ਦਾ ਵਜੂਦ ਹੀ ਦਲਿਤਾਂ ਨਾਲ ਵਿਤਕਰੇ ਅਤੇ ਘੱਟ ਗਿਣਤੀਆਂ ਨਾਲ ਦੁਸ਼ਮਣੀ ਤੇ ਖੜਾ ਹੈ। ਇਸ ਦੇ ਬਾਵਜੂਦ ਬਾਦਲ ਸਾਹਿਬ ਨੇ 1996 ਵਿੱਚ ਉਸ ਵਕਤ ਭਾਜਪਾ ਨੂੰ ਗੱਲ ਨਾਲ ਲਾਇਆ ਜਦ ਸਾਰਾ ਮੁਲਕ
ਭਾਜਪਾ ਨੂੰ ਅਛੂਤ ਮੰਨਦਾ ਸੀ। ਇਹ ਸਾਂਝ ਇੱਕ ਪਾਸੜ ਸੀ। ਇੱਕ ਨੇ ਆਪਣਾ ਸਭ ਕੁਝ ਛੱਡ ਦਿੱਤਾ, ਦੂਜੇ ਨੇ ਸਭ ਕੁਝ ਸਾਂਭ ਲਿਆ। ਸ਼੍ਰੋਮਣੀ ਅਕਾਲੀ ਦਲ ਪੰਥਕ ਸੰਘਰਸ਼ ਦੀ ਉਪਜ ਸੀ, ਸਿੱਖ ਪੰਥ ਦੀ ਸਿਆਸੀ ਰਹਿਨੁਮਾਈ ਲਈ ਬਣਾਈ ਗਈ ਸੀ। ਭਾਜਪਾ ਆਰਐਸਐਸ ਦੀ ਸਿਆਸੀ ਜਮਾਤ ਹੈ ਜੋ ਆਰਐਸਐਸ ਦੇ ਹਿੰਦੂਤਵ ਏਜੰਡੇ ਦੀ ਸਿਆਸੀ ਪੈਰਵੀ ਕਰਦੀ ਹੈ। ਇਹ ਗੱਠਜੋੜ ਕਰਕੇ ਬਾਦਲ ਦਲ ਨੇ ਪਾਰਟੀ ਦਾ ਪੰਥਕ ਤਗਮਾ ਲਾ ਕੇ ਵਗਾ ਮਾਰਿਆ। ਸਿੱਖ ਸੰਘਰਸ਼ ਦੀ ਨੁਮਾਇੰਦਾ ਜਮਾਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਮਜ਼ਬੂਤ ਕਰਨ ਦੀ ਬਜਾਏ ਉਸ ਨੂੰ ਵੀ ਆਪਣੀ ਕੁਰਸੀ ਦੇ ਪਾਵਿਆਂ ਹੇਠ ਦਬੋਚ ਲਿਆ, ਜਦਕਿ ਦੂਜੇ ਪਾਸੇ ਭਾਜਪਾ ਨੇ ਨਾ ਤਾਂ ਹਿੰਦੂਤਵ ਦਾ ਏਜੰਡਾ ਛੱਡਿਆ, ਨਾ ਹੀ ਕਦੇ ਆਰਐਸਐਸ ਦੀ ਰਹਿਨੁਮਾਈ ਨੂੰ ਪਿੱਠ ਹੀ ਦਿਖਾਈ। ਉਲਟਾ ਪੰਜਾਬ ਵਿੱਚ ਵੀ ਆਰਐਸਐਸ ਦੀ ਘੁਸਪੈਠ ਮਜ਼ਬੂਤ ਕਰਨ ਦੇ ਸਾਰੇ ਰਾਹ ਪੱਧਰੇ ਕੀਤੇ। ਇਸ ਭਾਈਵਾਲੀ ਲਈ ਅਕਾਲੀ ਦਲ ਬਾਦਲ ਨੇ ਪੰਥਕ ਸਿਧਾਂਤ ਛੱਡ ਦਿੱਤੇ, ਪਰ ਭਾਜਪਾ ਨੇ ਹਿੰਦੂਤਵ ਏਜੰਡਾ ਨਹੀਂ ਛੱਡਿਆ। ਇਸ ਤਰ੍ਹਾਂ ਭਾਜਪਾ ਅਕਾਲੀ ਸਾਂਝ ਗੈਰ ਕੁਦਰਤੀ, ਇੱਕ ਪਾਸੜ ਅਤੇ ਲੋਭ ਭਰਿਆ ਕਦਮ ਸੀ। ਦੋਵੇਂ ਪਾਸੇ ਸਵਾਰਥ ਤੇ ਲਾਲਚ ਸਨ। ਭਾਜਪਾ ਵੱਲੋਂ ਤਾਂ ਇਹ ਸਾਂਝ ਪਾਰਟੀ ਹਿੱਤ ਵਿੱਚ ਸੀ, ਜਦਕਿ ਬਾਦਲ ਦਲ ਦਾ ਫੈਸਲਾ ਨਿੱਜੀ ਹਿੱਤਾਂ ਨੂੰ ਮੂਹਰੇ ਰੱਖ ਕੇ ਕੀਤਾ ਗਿਆ। ਇਹ ਲੋਭ ਹੀ ਸੀ ਕਿ ਭਾਜਪਾ ਨੂੰ ਖੁਸ਼ ਕਰਨ ਲਈ ਕਦਮ ਕਦਮ ਤੇ ਪੰਥ ਅਤੇ ਪੰਜਾਬ ਦੇ ਹਿੱਤਾਂ ਨੂੰ ਕੁਰਬਾਨ ਕੀਤਾ ਗਿਆ। ਦੋਗਲੀ ਚਾਲ ਚੱਲੀ। ਇੱਕ ਪਾਸੇ ਬਾਦਲ ਨੇ ਪੰਥ ਨੂੰ ਅਕਾਲੀ ਦਲ ਵਿੱਚੋਂ ਛੇਕਿਆ, ਪੰਥਕ ਸਿਧਾਂਤ ਤਿਆਗੇ, ਪਰ ਦੂਜੇ ਪਾਸੇ ਪੰਥ ਅਤੇ ਪੰਥਕ ਸੰਸਥਾਵਾਂ ਨੂੰ ਆਪਣੀ ਜਕੜ ਵਿੱਚ ਦਬੋਚ ਕੇ ਰੱਖਿਆ, ਤਾਂ ਜੋ ਨਾ ਤਾਂ ਪੰਥਕ ਵੋਟਾਂ ਹੱਥੋਂ ਜਾਣ, ਨਾ ਹੀ ਪੰਥਕ ਸੰਸਥਾਵਾਂ ਦੇ ਮਨਮਰਜ਼ੀ ਇਸਤੇਮਾਲ ਦਾ ਮੌਕਾ। ਆਪਣੀ ਕੁਰਸੀ ਅਤੇ ਭਾਈਵਾਲਾਂ ਦੀ ਖੁਸ਼ੀ ਲਈ ਉਸਨੇ ਉਹਨਾਂ ਸਾਰੀਆਂ ਪੰਥਕ ਪਰੰਪਰਾਵਾਂ, ਪੰਥਕ ਅਸੂਲਾਂ ਨੂੰ ਤਹਿਸ ਨਹਿਸ ਕੀਤਾ, ਪੰਥਕ ਸੰਸਥਾਵਾਂ ਨੂੰ ਬੇਰਸੂਖ ਅਤੇ ਬੇਅਸਰ ਕੀਤਾ, ਜੋ ਪੰਥ ਦੀ ਆਜ਼ਾਦ ਹਸਤੀ ਅਤੇ ਨਿਵੇਕਲੇ ਪੁਣੇ ਦੀ ਸ਼ਾਨ ਸਨ। ਇਸੇ ਸਾਂਝ ਕਰਕੇ ਅਕਾਲੀ ਦਲ ਬਾਦਲ ਦਾ ਸਟੈਂਡ ਹਮੇਸ਼ਾ ਦੋਗਲਾ ਅਤੇ ਪਖੰਡੀ ਰਿਹਾ। ਕਾਂਗਰਸ ਨੂੰ ਸਿੱਖ ਕਤਲੇਆਮ ਦੀ ਦੋਸ਼ੀ ਮੰਨਣ ਵਾਲੇ ਅਕਾਲੀ ਦਲ ਨੂੰ ਗੁਜਰਾਤ ਦਾ ਕਤਲੇਆਮ ਨਹੀਂ ਦਿਸਦਾ। ਦਰਬਾਰ ਸਾਹਿਬ ਤੇ ਹਮਲੇ ਨੂੰ ਲੈ ਕੇ ਬੀਜੇਪੀ ਦੀ ਸਹਿਮਤੀ, ਇੰਦਰਾ ਗਾਂਧੀ ਨੂੰ ਦੁਰਗਾ ਦਾ ਅਵਤਾਰ ਕਹਿ ਕੇ ਵਡਿਆਉਣਾ, ਇਸ ਨੂੰ ਵਿਸਾਰ ਦਿੱਤਾ। ਉਸ ਨੂੰ ਈਸਾਈਆਂ ਅਤੇ ਮੁਸਲਿਮ ਭਾਈਚਾਰੇ ਖਿਲਾਫ ਜ਼ਹਿਰੀਲੀ ਸਿਆਸਤ, ਭੀੜ ਨੂੰ ਭੜਕਾ ਕੇ ਬਾਬਰੀ ਮਸਜਿਦ ਢਾਉਣਾ ਅਤੇ ਗਊ ਰੱਖਿਆ ਦੇ ਨਾਂ ਤੇ ਹਜ਼ੂਮੀ ਕਾਤਲਾਂ ਨੂੰ ਹੱਲਾਸ਼ੇਰੀ ਆਮ ਜਿਹੀ ਗੱਲ ਜਾਪਦੇ ਹਨ। ਮਨੁੱਖੀ ਅਧਿਕਾਰਾਂ ਦੇ ਮੁੱਦਈਆਂ, ਬੁੱਧੀਜੀਵੀਆਂ ਨੂੰ ਅਰਬਨ ਨਕਸਲੀ ਕਹਿ ਕੇ ਉਹਨਾਂ ਦੇ ਕਤਲ, ਉਹਨਾਂ ਤੇ ਦੇਸ਼ ਦਰੋਹ ਦੇ ਮੁਕੱਦਮੇ, CAA ਅਤੇ NRC ਵਰਗੇ ਵਿਤਕਰੇ ਭਰੇ ਕਾਨੂੰਨ ਅਤੇ ਧਾਰਾ 370 ਖਤਮ ਕਰਕੇ ਕਸ਼ਮੀਰੀਆਂ ਨਾਲ ਕੀਤਾ ਧੋਖਾ, ਇੰਦਰਾ ਗਾਂਧੀ ਦੀ ਹੀ ਤਰਜ਼ ਤੇ ਸੂਬਿਆਂ ਦੀ ਸਰਕਾਰਾਂ ਤੋੜਨੀਆਂ ਅਤੇ ਬਾਬਰੀ ਮਸਜਿਦ ਵਾਲੀ ਥਾਂ ਨੂੰ ਕਾਨੂੰਨੀ ਤੌਰ ਤੇ ਕਬਜ਼ਾ ਕਰਨ ਦੀ ਦਾਦਾਗੀਰੀ ਨੂੰ ਲੈ ਕੇ ਅੱਖਾਂ ਮੀਟ ਲੈਣ ਦਾ ਮਤਲਬ ਇਹ ਨਹੀਂ ਕਿ ਬਿੱਲੀ ਕਬੂਤਰ ਨੂੰ ਬਖਸ਼ ਦੇਵੇਗੀ। ਉਹੀ ਭਾਜਪਾ ਅਕਾਲੀ ਦਲ ਨੂੰ ਵੀ ਗਨੇਰੀਆਂ ਵਾਂਗੂ ਚੂਪ ਕੇ ਤੁਰਦੀ ਬਣੀ। ਬਾਦਲ ਅਕਾਲੀ ਦਲ ਨਾ ਪੰਥ ਦਾ ਰਿਹਾ, ਨਾ ਹੀ ਪੰਜਾਬ ਦਾ, ਨਾ ਖੁਦਾ ਹੀ ਮਿਲਾ, ਨਾ ਵਿਸਾਲੇ ਸਨਮ, ਨਾ ਘਰ ਦੇ ਰਹੇ, ਨਾ ਘਾਟ ਦੇ। ਘਰੋਂ ਘਰ ਗਵਾਇਆ, ਬਾਹਰੋਂ ਭੜਵੇ ਅਖਵਾਏ। ਅੱਜ ਹਾਲਾਤ ਇਹ ਹੈ ਕਿ ਅਕਾਲੀ ਦਲ ਮਜ਼ਬੂਤ ਖੇਤਰੀ ਪਾਰਟੀ ਵਾਲੀ ਆਪਣੀ ਸਾਖ ਵੀ ਗਵਾ ਚੁੱਕਾ ਹੈ। ਭਾਜਪਾ ਨਾਲ ਆਈ ਹਿੰਦੂ ਵੋਟ ਵੀ ਭਾਜਪਾ ਨਾਲ ਹੀ ਚਲੀ ਗਈ। ਉੱਪਰੋਂ ਸਿੱਖਾਂ ਦਾ ਵਿਸ਼ਵਾਸ ਵੀ ਗਵਾ ਬੈਠੇ। ਰਾਜ ਨਹੀਂ ਸੇਵਾ ਦੇ ਨਾਂ ਤੇ ਕੀਤੀ ਲੁੱਟ ਖਸੁੱਟ ਨੇ ਨਾ ਸਿਰਫ ਪੰਜਾਬ ਦਾ ਸਫਾਇਆ ਕੀਤਾ, ਖੁਦ ਅਕਾਲੀ ਦਲ ਨੂੰ ਵੀ ਕਿਤੇ ਜੋਗਾ ਨਹੀਂ ਛੱਡਿਆ। ਪੰਜਾਬ ਦੇ ਇਤਿਹਾਸ ਵਿੱਚ ਇਹ ਪਾਰਟੀ ਸਿੱਖਾਂ ਨਾਲ ਵਿਸਾਹਘਾਤ ਅਤੇ ਸਿੱਖੀ ਦਾ ਘਾਣ ਕਰਨ ਵਾਲਿਆਂ ਦੀ ਕਤਾਰ ਵਿੱਚ ਸ਼ਾਮਲ ਹੋ ਚੁੱਕੀ ਹੈ। ਸੱਪ ਨੂੰ ਦੁੱਧ ਪਿਆਉਣ ਦੇ ਨਤੀਜੇ ਵੀ ਭੁਗਤਣੇ ਪੈਂਦੇ ਹਨ। ਕਿੱਕਰ ਬੀਜ ਕੇ ਦਾਖ ਬਿਜੌਰੀਆਂ ਦੀ ਆਸ ਮੂਰਖਤਾ ਹੀ ਹੈ। ਕੂੜ ਕੂੜੇ ਨਿਹ ਲਗਾ, ਖਾਮਿਆਜਾ ਤਾਂ ਭੁਗਤਣਾ ਹੀ ਪੈਣਾ। ਇਸ ਮਿੱਠੇ ਨੇ ਪੰਜਾਬ ਦਾ ਬੇੜਾ ਹੀ ਡੁਬੋ ਦਿੱਤਾ। ਕੂੜ ਮਿੱਠਾ, ਕੂੜ ਮਾਖਿਓ, ਕੂੜ ਡੋਬੇ ਪੂਰ। ਪੰਜਾਬੀ ਬੇਰੁਜ਼ਗਾਰੀ, ਵਿਕਾਸ, ਆਰਥਿਕਤਾ ਨੂੰ ਸ਼ਾਇਦ ਨਾ ਹੀ ਗੋਲਣ, ਰੇਤਾ ਬਜਰੀ ਟਰਾਂਸਪੋਰਟ ਮਾਫੀਆ ਨੂੰ ਵੀ ਭੁੱਲ ਜਾਣ, ਪਰ ਨਸ਼ੇ ਦੀ ਦਲਦਲ, ਗੁਰੂ ਦੀ ਬੇਅਦਬੀ ਅਤੇ ਸਿੱਖ ਸੰਸਥਾਵਾਂ ਦੇ ਘਾਣ ਨੂੰ ਕਤਈ ਮੁਆਫ ਨਹੀਂ ਕਰਨਗੇ। ਸਿੱਖ ਚਿੰਤਕ ਸਰਦਾਰ ਅਜਮੇਰ ਸਿੰਘ ਦਾ ਕਹਿਣਾ ਹੈ ਕਿ ਜਿਨ੍ਹਾਂ ਪੰਥਕ ਮੁੱਦਿਆਂ ਕਰਕੇ ਬਾਦਲ ਅਕਾਲੀ ਦਲ ਦੀ ਹਾਰ ਹੋਈ ਸੀ, ਅੱਜ ਵੀ ਉਹ ਮੁੱਦੇ ਉਸੇ ਤਰ੍ਹਾਂ ਬਰਕਰਾਰ ਹਨ। ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਾਂਡ ਦੇ ਵਿਰੋਧ ਵਿੱਚ ਜੋ ਗੋਲੀ ਕਾਂਡ ਹੋਇਆ ਸੀ, ਉਸ ਦੀ ਜੇ ਨਿਰਪੱਖ ਜਾਂਚ ਹੋ ਲੈਣ ਦਿੰਦੇ, ਜੇਲ੍ਹ ਹੀ ਜਾ ਆਉਂਦੇ, ਤਾਂ ਸ਼ਾਇਦ
ਕੁਝ ਸਿੰਪਥੀ ਇਹਨਾਂ ਨੂੰ ਮਿਲ ਸਕਦੀ ਸੀ। ਪਰ ਜਿਸ ਤਰ੍ਹਾਂ ਕਾਨੂੰਨੀ ਦਾਅ ਪੇਚ ਖੇਡ ਕੇ ਜੇਲ੍ਹਾਂ 'ਚੋਂ ਬਚ ਤਾਂ ਗਏ, ਉੱਪਰੋਂ ਦਮਗੱਜੇ ਮਾਰਦੇ ਫਿਰਦੇ ਹਨ ਕਿ ਦੇਖੋ ਸਾਡੇ ਖਿਲਾਫ ਕੋਰਟ ਵਿੱਚ ਤਾਂ ਕੁਝ ਸਾਬਿਤ ਹੀ ਨਹੀਂ ਹੋਇਆ। ਇਹ ਚਤਰਾਈਆਂ ਲੋਕਾਂ ਨੂੰ ਸਮਝ ਆਉਂਦੀਆਂ ਹਨ। ਇਹ ਚਤਰਾਈਆਂ ਇਹਨਾਂ ਨੂੰ ਹੋਰ ਵੀ ਪੁੱਠੀਆਂ ਪੈਣਗੀਆਂ। ਐਤਕੀ ਬਸ ਇੰਨਾ ਹੀ। ਅਗਲੀ ਵੀਡੀਓ ਵਿੱਚ ਇੱਕ ਹੋਰ ਪਾਰਟੀ ਦੀ ਚਰਚਾ ਕਰਾਂਗੇ। ਧੰਨਵਾਦ। ਜੇਕਰ ਤੁਹਾਨੂੰ ਸਾਡਾ ਇਹ ਉਦਮ ਚੰਗਾ ਲੱਗਦਾ ਹੈ ਤਾਂ ਸਬਸਕ੍ਰਾਈਬ ਵੀ ਕਰੋ, ਲਾਈਕ ਅਤੇ ਸ਼ੇਅਰ ਕਰਨਾ ਵੀ ਨਾ ਭੁੱਲੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੱਚ ਸੁਣਾਈ ਸੀ, ਸੱਚ ਕੀ ਮੇਲਾ।